ਝੋਨੇ ਤੇ ਬੋਣਾ ਵਾਇਰਸ ਦੀ ਮਾਰ, ਹਜ਼ਾਰਾਂ ਏਕੜ ਫਸਲ ਹੋਈ ਖਰਾਬ। ਕੀਟਨਾਸ਼ਕਾਂ ਦਾ ਅਸਰ ਨਾ ਹੋਣ ਕਰਕੇ ਝੋਨਾ ਵਾਹੁਣ ਨੂੰ ਮਜਬੂਰ ਹੋਏ ਕਿਸਾਨ। ਭਾਰਤ ਇੰਗਲੈਂਡ ਵਿਚਾਲੇ ਚੱਲ ਰਹੀ 5 ਟੈਸਟਾਂ ਮੈਚਾਂ ਦੀ ਲੜੀ ਦਾ ਅੱਜ ਆਖਰੀ ਮੁਕਾਬਲਾ ਲੰਡਨ ਦੇ ਓਵਲ 'ਚ ਦੁਪਹਿਰੇ 3:30 ਵਜੇ ਸ਼ੁਰੂ ਹੋਵੇਗਾ ਮੈਚ। ਸੀਰੀਜ਼ 'ਚ 2-1 ਦੇ ਨਾਲ ਪਿੱਛੇ ਹੈ ਟੀਮ ਇੰਡੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਜਿਨ੍ਹਾਂ ਨੇ 25% ਟੈਰਿਫ ਭਾਰਤ ਤੇ ਲਗਾਉਣ ਦਾ ਐਲਾਨ ਕੀਤਾ ਸੀ ਤੇ ਕੱਲ ਤੋਂ ਇਹ ਟੈਰਿਫ ਲਾਗੂ ਹੋਏਗਾ। ਟਰੰਪ ਨੇ ਦਰਅਸਲ 25% ਟੈਰਿਫ ਤੇ ਭਾਰਤ ਦੀ ਦੋ ਟੂਕ ਹੈ ਤੇ ਦੇਸ਼ ਹਿੱਤ ਦੇ ਨਾਲ ਕੋਈ ਵੀ ਸਮਝੌਤਾ ਅਸੀਂ ਨਹੀਂ ਕਰਾਂਗੇ। ਭਾਰਤ ਸਰਕਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਬੀਤੇ ਹੀ ਸ਼ਾਮ ਡੋਨਲਡ ਟਰੰਪ ਦੀ ਇੱਕ ਪੋਸਟ ਆਈ ਸੀ, ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਭਾਰਤ ਤੇ 25% ਟੈਰਿਫ ਲਗਾਵਾਂਗੇ। ਦੂਸਰੇ ਪਾਸੇ ਭਾਰਤ ਸਰਕਾਰ ਨੇ ਹੁਣ ਕਿਹਾ ਹੈ ਕਿ ਦੇਸ਼ ਹਿੱਤਾਂ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਭਾਰਤ ਦੀ ਦੋ ਟੂਕ ਹੈ ਕਿ ਦੇਸ਼ ਹਿੱਤ ਦੇ ਨਾਲ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਾਂਗੇ। ਦੇਸ਼ ਹਿੱਤ ਦੀ ਰੱਖਿਆ ਦੇ ਲਈ ਹਰ ਜ਼ਰੂਰੀ ਕਦਮ ਸਾਡੇ ਵੱਲੋਂ ਚੁੱਕਿਆ ਜਾਏਗਾ। ਕਿਸਾਨਾਂ ਤੇ ਉਦਮੀਆਂ ਦੇ ਹਿੱਤਾਂ ਦੀ ਰਾਖੀ ਦੇ ਲਈ ਅਸੀਂ ਠੋਸ ਕਦਮ ਚੁੱਕਾਂਗੇ ਤੇ 25% ਟੈਰਿਫ ਦੇ ਅਸਰ ਦਾ ਅਧਿਐਨ ਅਸੀਂ ਕਰ ਰਹੇ ਹਾਂ। ਭਾਰਤ ਸਰਕਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਵਿਚਾਰ ਵਿਮਰਸ਼ ਕੀਤਾ ਜਾ ਰਿਹਾ। ਦੁਵੱਲੇ ਵਪਾਰ ਤੇ ਯੂਐਸ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਤੇ ਹੁਣ ਵੀ ਉਸੇ ਟੀਚੇ ਤੇ ਅਸੀਂ ਲੱਗੇ ਹੋਏ ਹਾਂ। ਭਾਰਤ ਸਰਕਾਰ ਨੇ ਇਹ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਟਰੰਪ ਦੇ 25% ਟੈਰਿਫ ਤੇ ਭਾਰਤ ਨੇ ਦੋ ਟੂਕ ਕਿਹਾ ਹੈ ਕਿ ਦੇਸ਼ ਹਿੱਤ ਨਾਲ ਕੋਈ ਵੀ ਸਮਝੌਤਾ ਨਹੀਂ ਹੈ। ਦੇਸ਼ ਹਿੱਤਾਂ ਦੀ ਰੱਖਿਆ ਦੇ ਲਈ ਅਸੀਂ ਹਰ ਜ਼ਰੂਰੀ ਕਦਮ ਚੁੱਕਾਂਗੇ। ਕਿਸਾਨਾਂ ਤੇ ਉਦਮੀਆਂ ਦੇ ਹਿੱਤਾਂ ਦੀ ਰਾਖੀ ਦੇ ਲਈ ਇਹ ਅਸੀਂ ਠੋਸ ਕਦਮ ਚੁੱਕਾਂਗੇ। 25% ਟੈਰਿਫ ਦੇ ਅਸਰ ਦਾ ਜੋ ਪੂਰਾ ਅਧਿਐਨ ਹੈ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ। ਦੁਵੱਲੇ ਵਪਾਰ ਤੇ ਯੂਐਸ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ। ਹੁਣ ਵੀ ਉਸੇ ਟੀਚੇ ਤੇ ਅਸੀਂ ਲੱਗੇ ਹੋਏ ਹਾਂ। ਕਾਬਿਲੇ ਗੌਰ ਹੈ ਕਿ 25% ਟੈਰਿਫ ਲਗਾਉਣ ਦਾ ਐਲਾਨ ਡੋਨਲਡ ਟਰੰਪ ਦੇ ਵੱਲੋਂ ਕੀਤਾ ਗਿਆ ਹੈ। ਇਹ ਟੈਰਿਫ ਕੱਲ ਤੋਂ ਲੱਗੇਗਾ ਯਾਨੀ ਕਿ 1 ਅਗਸਤ ਤੋਂ ਲੱਗੇਗਾ। ਹੋਰ ਵੀ ਕਈ ਦੇਸ਼ਾਂ ਤੇ ਟੈਰਿਫ ਡੋਨਲਡ ਟਰੰਪ ਦੇ ਵੱਲੋਂ ਲਗਾਇਆ ਗਿਆ ਹੈ ਪਰ ਡੋਨਲਡ ਟਰੰਪ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਈ ਮੰਚਾਂ ਤੇ ਕਿ ਭਾਰਤ ਉਹਨਾਂ ਦਾ ਅੱਛਾ ਦੋਸਤ ਹੈ, ਪਰ ਕਿ ਜਿਸ ਤਰੀਕੇ ਦੇ ਨਾਲ ਭਾਰਤ ਅਮਰੀਕਾ ਤੇ ਟੈਰਿਫ ਲਗਾਉਂਦਾ ਹੈ 100% ਤੋਂ ਵੱਧ, ਉਸੇ ਤਰੀਕੇ ਨਾਲ ਹੁਣ ਅਮਰੀਕਾ ਵੀ ਭਾਰਤ ਤੇ ਟੈਰਿਫ ਲਗਾਏਗਾ ਤੇ ਇਹ ਦਰਾਂ ਜੋ ਨੇ ਉਹ ਕੱਲ ਤੋਂ ਲਾਗੂ ਹੋਣਗੀਆਂ। ਕੱਲ 1 ਅਗਸਤ ਤੋਂ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵੱਲੋਂ ਤੇ ਹੁਣ ਇਸ ਟੈਰਿਫ ਲਗਾਉਣ ਤੇ ਭਾਰਤ ਨੇ ਦੋ ਟੂਕ ਕਿਹਾ ਹੈ ਕਿ ਦੇਸ਼ ਹਿੱਤ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਦੇਸ਼ ਹਿੱਤਾਂ ਦੀ ਰੱਖਿਆ ਦੇ ਲਈ ਅਸੀਂ ਹਰ ਜ਼ਰੂਰੀ ਕਦਮ ਚੁੱਕਾਂਗੇ। ਦੁਵੱਲੇ ਵਪਾਰ ਤੇ ਯੂਐਸ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਤੇ ਅਮਰੀਕਾ ਨੇ ਭਾਰਤ ਤੇ ਟੈਰਿਫ ਲਗਾਇਆ ਹੈ। ਦੱਸ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਟਰੰਪ ਦਾ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਹੈ ਤੇ 1 ਅਗਸਤ ਤੋਂ 25% ਟੈਰਿਫ ਦੇਣਾ ਹੋਏਗਾ। ਡੋਨਲਡ ਟਰੰਪ ਨੇ ਇਸ ਗੱਲ ਦਾ ਜ਼ਿਕਰ ਕੀਤਾ। ਭਾਰਤ ਤੋਂ ਜੁਰਮਾਨਾ ਵੀ ਵਸੂਲਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਤੇ ਭਾਰਤ ਦੁਨੀਆ 'ਚ ਸਭ ਤੋਂ ਵੱਧ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਚ ਇੱਕ ਹੈ। ਟਰੰਪ ਨੇ ਇਸ ਟੈਰਿਫ ਪਿੱਛੇ ਰਸ਼ੀਆ ਦੇ ਨਾਲ ਭਾਰਤ ਦੇ ਵਪਾਰ ਨੂੰ ਇੱਕ ਕਾਰਨ ਵੀ ਦੱਸਿਆ ਹੈ। ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਅਪ੍ਰੈਲ 'ਚ ਭਾਰਤ ਸਣੇ ਕਈ ਦੇਸ਼ਾਂ ਤੇ 26% ਦਾ ਵਾਧੂ ਟੈਕਸ ਲਗਾਇਆ ਸੀ ਪਰ 9 ਜੁਲਾਈ ਤੱਕ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਅਗਸਤ ਤੱਕ ਦੇ ਲਈ ਹੋਰ ਸਮਾਂ ਵਧਾ ਦਿੱਤਾ ਗਿਆ ਸੀ। ਹਾਲਾਂਕਿ ਇਸ ਸਮੇਂ ਦੌਰਾਨ 10% ਦਾ ਮੂਲ ਟੈਕਸ ਲਾਗੂ ਹੈ। ਹੁਣ ਟਰੰਪ ਨੇ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਤੇ ਅਮਰੀਕਾ ਨੇ ਭਾਰਤ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਡੋਨਲਡ ਟਰੰਪ ਨੇ ਪੋਸਟ ਪਾਈ ਤੇ ਉਹਨਾਂ ਨੇ ਲਿਖਿਆ ਵੀ ਕਿ ਯਾਦ ਰੱਖੋ ਭਾਰਤ ਸਾਡਾ ਦੋਸਤ ਹੈ, ਜਦੋਂ ਕਿ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਉਹਨਾਂ ਨਾਲ ਉਮੀਦ ਤੋਂ ਘੱਟ ਕਾਰੋਬਾਰ ਕੀਤਾ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਉੱਚੇ ਹਨ ਅਤੇ ਕਿਸੇ ਵੀ ਦੇਸ਼ ਦੀ ਤੁਲਨਾ 'ਚ ਸਭ ਤੋਂ ਵੱਧ ਸਖਤ ਅਤੇ ਬੇਹੂਦਾ ਗੈਰ ਮੁਦਰਾ ਵਪਾਰਕ ਰੁਕਾਵਟਾਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਹਮੇਸ਼ਾ ਆਪਣੇ ਫੌਜੀ ਉਪਕਰਨਾਂ ਦਾ ਵੱਡਾ ਹਿੱਸਾ ਰਸ਼ੀਆ ਤੋਂ ਖਰੀਦਿਆ ਤੇ ਚਾਈਨਾ ਦੇ ਨਾਲ ਰਸ਼ੀਆ ਦੇ ਸਭ ਤੋਂ ਵੱਡੇ ਊਰਜਾ ਖਰੀਦਦਾਰ ਹਨ। ਅਜਿਹੇ ਸਮੇਂ ਵਿੱਚ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰਸ਼ੀਆ ਯੂਕਰੇਨ ਵਿੱਚ ਕਤਲੇਆਮ ਨੂੰ ਰੋਕਿਆ ਜਾਏ, ਸਭ ਕੁਝ ਚੰਗਾ ਨਹੀਂ ਹੈ। ਇਸ ਲਈ ਭਾਰਤ ਨੂੰ 1 ਅਗਸਤ ਤੋਂ 25% ਟੈਰਿਫ ਅਤੇ ਉਪਰੋਕਤ ਦੇ ਲਈ ਜੁਰਮਾਨਾ ਦੇਣਾ ਹੋਵੇਗਾ। ਇਸ ਮਾਮਲੇ ਵੱਲ ਧਿਆਨ ਦੇਣ ਦੇ ਲਈ ਧੰਨਵਾਦ। ਮੇਕ ਅਮਰੀਕਾ ਗ੍ਰੇਟ ਅਗੇਨ ਤੇ ਇਹ ਪੋਸਟ ਪਾਈ ਗਈ ਡੋਨਲਡ ਟਰੰਪ ਦੇ ਵੱਲੋਂ ਕਿਉਂਕਿ ਕੱਲ 1 ਅਗਸਤ ਹੈ ਤੇ ਕੱਲ ਤੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਭਾਰਤ ਤੇ ਵੀ 25% ਟੈਰਿਫ ਜੋ ਹੈ ਉਹ ਅਮਰੀਕਾ ਲਗਾਏਗਾ।
tariffs on India. Are you still open to negotiate with India on the tariff front? Well, we're talking to them now. We'll see what happens. Again, India was the highest, or just about the highest tariff nation in the world, and one of the highest, 100 points, 150 points or percentages. So India was one of the highest in the world. They had won 175%, and higher than that. You know, there's another higher one is Canada. They've been charging our farmers 200%, 300%, 400% for years, and nobody did anything about it. But India is one of the highest, so we're going to see. We're negotiating with India right now. ਜਦੋਂ ਡੋਨਲਡ ਟਰੰਪ ਦੇ ਵੱਲੋਂ ਪੁੱਛਿਆ ਗਿਆ ਕਿ ਉਹਨਾਂ ਨੇ ਇੰਡੀਆ ਤੇ ਟੈਰਿਫ ਲਗਾਇਆ ਤਾਂ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਨਾਲ ਗੱਲਬਾਤ ਕਰਨ ਦੇ ਲਈ ਬਿਲਕੁਲ ਹੀ ਤਿਆਰ ਹਾਂ। ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਦੇਖਦੇ ਹਾਂ ਕਿ ਅੱਗੇ ਕੀ ਬਣਦਾ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਜਾਂ ਲਗਭਗ ਸਭ ਤੋਂ ਉੱਚਾ ਟੈਰਿਫ ਲਗਾਉਣ ਵਾਲਾ ਦੇਸ਼ ਹੈ। ਅਸੀਂ ਦੇਖਾਂਗੇ, ਅਸੀਂ ਇਸ ਸਮੇਂ ਭਾਰਤ ਦੇ ਨਾਲ ਗੱਲਬਾਤ ਜੋ ਹੈ ਉਹ ਕਰ ਰਹੇ ਹਾਂ, ਨੈਗੋਸ਼ੀਏਟ ਇਸ ਪੂਰੇ ਮੁੱਦੇ ਤੇ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਜੇ ਮੈਂ ਜ਼ਿਕਰ ਕਰਾਂ ਤੇ ਅਪ੍ਰੈਲ 2025 ਚ ਡੋਨਲਡ ਟਰੰਪ ਦੇ ਵੱਲੋਂ ਵੱਖ-ਵੱਖ ਦੇਸ਼ਾਂ ਤੇ ਟੈਰਿਫ ਲਗਾਇਆ ਗਿਆ। ਬੰਗਲਾਦੇਸ਼ ਤੇ 37%, ਚਾਈਨਾ ਤੇ 34%, ਪਾਕਿਸਤਾਨ ਤੇ 29% ਟੈਰਿਫ ਲਗਾਇਆ ਗਿਆ। ਇਸ ਨਾਲ ਹੀ ਕੰਬੋਡੀਆ ਤੇ 49%, ਇੰਡੋਨੇਸ਼ੀਆ ਤੇ 32% ਤੇ ਭਾਰਤ ਤੇ ਹੁਣ 25% ਟੈਰਿਫ ਕੱਲ ਤੋਂ ਅਮਰੀਕਾ ਦੇ ਵੱਲੋਂ ਲਗਾਇਆ ਜਾਏਗਾ। 25% टैरिफ लगेगी जो अमेरिका आयात करता है भारत से, और पेनल्टी भी लगेगी क्योंकि हम रूस से तेल खरीद रहे हैं और रक्षा संबंधित हथियार और उपकरण खरीद रहे हैं, उसका पेनल्टी भी लगेगा। तो हमें क्या मिला, इस दोस्ती से क्या मिला? चुप रहे हैं प्रधानमंत्री। 10 मई से ऑपरेशन सिंदूर को तो रुकवा दिया, इस उम्मीद के साथ रोका गया ना कि व्यापार समझौता होगा, पर यह व्यापार समझौता नहीं हुआ, बल्कि 25% टैरिफ लग गई। तो हमारे लिए, हमारे देश के लिए, हमारे अर्थव्यवस्था के लिए, प्रधानमंत्री के लिए ये बहुत बहुत बड़ा धक्का है। हम तो बार बार कहते हैं, 30 बार ट्रंप साहब ने कहा मैंने ट्रेड का प्रेशर डाल के इंडिया और पाकिस्तान से फैसला कराया। ये तो यही सॉफ्ट लाइन ले रहे थे प्रधानमंत्री जी और उनके विदेश मंत्री, और सोच रहे थे कि शायद सॉफ्ट लाइन लेने पे अमेरिका हमारे साथ और कुछ नहीं करेगा। तो अब उन्होंने अब कर दिया, तो प्रधानमंत्री जी और विदेश मंत्री जी और कॉमर्स मिनिस्टर साहब जवाब दें कि आप लोग तो उनके सामने इतना झुक रहे थे, फिर अमेरिका ने इंडिया को रियायत क्यों नहीं दी है, 5%, 10% और 0 टैरिफ क्यों नहीं किया? कर रहा है, कभी आसिम मुनीर को बुला के लंच देता है, कभी आसिम मलिक को बुला के लंच देता है, तो हर दिन वो भारत को अपमानित कर रहा है। और ये टैरिफ के अलावा भी उसने एप्पल को धमकी दी थी कि आप भारत में अपनी फैक्ट्री बंद करो। इसी तरीके से लगातार वो भारत के साथ एक सौतेला व्यवहार कर रहा है। तो मुझे लगता है कि अब तो कह भी चुका है कि आई लव पाकिस्तान, ट्रंप का बयान है। तो मुझे लगता है कि अब भारत को भी इसके बारे में सोचना चाहिए। देखिए, हम पहले ही कह रहे थे कि आपकी विदेश नीति बहुत कमजोर है। आपने उस विदेश नीति की कमजोरी पूरे वर्ल्ड में देख ली है। जब ये भारत पाकिस्तान वार चल रही है, ऑपरेशन सिंदूर चल रहा था, कोई भी देश खुल के सामने नहीं आया है। उसके बावजूद ट्रंप ने ये लगातार बोला है कि ये जो इंडिया है, पाकिस्तान है, उसकी वार मैंने रुकवाई है। वो इन्होंने बोया था, वही जे अब काटेंगे। ਅੱਗੇ ਵਧਣ ਤੇ ਰੁਕਾਂਗੇ ਅਗਲੀ ਖਬਰ ਦਾ। ਲਦਾਖ 'ਚ ਫੌਜ ਦੀ ਗੱਡੀ ਦੇ ਨਾਲ ਵੱਡਾ ਹਾਦਸਾ ਹੋਇਆ। ਇਸ ਹਾਦਸੇ 'ਚ ਲੈਫਟੀਨੈਂਟ ਕਰਨਲ ਤੇ ਇੱਕ ਜਵਾਨ ਸ਼ਹੀਦ ਹੋ ਗਿਆ। ਪੰਜਾਬ ਦੇ ਰਹਿਣ ਵਾਲੇ ਸੀ ਦੋਵੇਂ ਹੀ ਸ਼ਹੀਦ, ਜੋ ਕਿ ਇਸ ਹਾਦਸੇ ਦੀ ਚਪੇਟ 'ਚ ਆਏ। ਪਠਾਨਕੋਟ ਦੇ ਰਹਿਣ ਵਾਲੇ ਸੀ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਤੇ ਦੱਸਦੇ ਕਿ ਮਨਕੋਟਿਆ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਜਵਾਨ ਦਲਜੀਤ ਸਿੰਘ। ਦੁਰਬੁਕ 'ਚ ਫੌਜ ਦੀ ਗੱਡੀ ਤੇ ਚਟਾਨ ਡਿੱਗੀ ਸੀ, ਵੱਡੇ ਵੱਡੇ ਪੱਥਰ ਡਿੱਗੇ ਸੀ ਜੋ ਫੌਜ ਦੀ ਗੱਡੀ ਸੀ ਨੁਕਸਾਨੀ ਗਈ ਸੀ ਤੇ ਇਹ ਸਾਰੇ ਜਵਾਨ ਇਸ ਗੱਡੀ ਦੀ ਜੋ ਹਾਦਸੇ ਦਾ ਸ਼ਿਕਾਰ ਬਣੀ ਸੀ ਉਸ ਦੀ ਚਪੇਟ 'ਚ ਆ ਗਏ ਸੀ ਤੇ ਕੈਪਟਨ ਤੇ ਹੋਰ ਕਈ ਜਵਾਨ ਵੀ ਇਸ ਪੂਰੇ ਹਾਦਸੇ 'ਚ ਜ਼ਖਮੀ ਹੋਏ ਸੀ। ਲੈਫਟੀਨੈਂਟ ਕਰਨਲ ਤੇ ਇੱਕ ਜਵਾਨ ਸ਼ਹੀਦ ਹੋਇਆ ਹੈ। ਪੰਜਾਬ ਦੇ ਰਹਿਣ ਵਾਲੇ ਸੀ ਦੋਵੇਂ ਹੀ ਸ਼ਹੀਦ। ਤਸਵੀਰ ਇਹਨਾਂ ਦੀ ਤੁਸੀਂ ਹੇਠਲੇ ਪਾਸੇ ਦੇਖ ਪਾ ਰਹੇ ਹੋ। ਕਾਫੀ ਯੰਗ ਇਹ ਜਵਾਨ ਨੇ ਕਿਉਂਕਿ ਤਸਵੀਰਾਂ ਇਹ ਸਭ ਕੁਝ ਬਿਆਨ ਕਰ ਰਹੀਆਂ ਨੇ। ਉੱਪਰ ਪਾਸੇ ਤਸਵੀਰਾਂ ਉਸ ਗੱਡੀ ਦੀਆਂ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਸੀ ਜਵਾਨ ਦਲਜੀਤ ਸਿੰਘ ਤੇ ਪਠਾਨਕੋਟ ਦੇ ਰਹਿਣ ਵਾਲੇ ਸਨ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟਿਆ।
ਭਾਖੜਾ ਡੈਮ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਚੱਲ ਰਹੀ ਤਣਾਤਾਣੀ ਤੇ ਵਿਚਾਲੇ ਬੀਬੀਐਮਬੀ ਨੇ ਵੱਡਾ ਕਦਮ ਚੁੱਕਿਆ ਤੇ ਜਵਾਨਾਂ ਦੀ ਤੈਨਾਤੀ ਦੇ ਲਈ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ। ਸੈਂਟਰ ਸਰਕਾਰ ਦੇ ਖਿਲਾਫ ਸਾਡੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਜੀ ਲੈ ਕੇ ਆਏ ਨੇ। ਮੈਂ ਉਸ ਮਤੇ ਦੀ ਹਮਾਇਤ ਵਿੱਚ ਖੜਾ ਹੋਇਆਗਾ। ਬੀਬੀਐਮਬੀ ਇੱਕ ਸਫੈਦ ਹਾਥੀ ਹੈ। ਇੱਕ ਪਾਸੇ ਪੰਜਾਬ ਸਰਕਾਰ ਬੀਬੀਐਮਬੀ ਤੇ ਸੀਆਈਐਸਐਫ ਦੀ ਤੈਨਾਤੀ ਦਾ ਵਿਰੋਧ ਕਰ ਰਹੀ ਹੈ। ਇਸ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕਰ ਚੁੱਕੀ ਹੈ, ਪਰ ਬਾਵਜੂਦ ਇਸ ਦੇ ਬੀਬੀਐਮਬੀ ਭਾਖੜਾ ਡੈਮ ਤੇ ਜਵਾਨਾਂ ਦੀ ਤੈਨਾਤੀ ਦੇ ਲਈ ਬਾਜ਼ਿਦ ਹੈ। ਇਸ ਦੇ ਲਈ ਉਸਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ ਅਤੇ ਗ੍ਰਹਿ ਮੰਤਰਾਲੇ ਦੇ ਕੋਲ ਤੈਨਾਤੀ ਦੇ ਲਈ 8.5 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਨੇ, ਜਿਸ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਅਸਮਾਨੀ ਚੜ੍ਹਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਪੰਜਾਬ ਦੇ ਖਿਲਾਫ ਸਾਜ਼ਿਸ਼ ਦੱਸਿਆ ਤਾਂ ਕਾਂਗਰਸ ਨੇ ਕੇਂਦਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ, ਜਦਕਿ ਬੀਜੇਪੀ ਨੇ ਸਿਆਸਤਦਾਨਾਂ ਤੇ ਆਮ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਸੋ ਹੁਣ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਰਿਆਣਾ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਮਿਲ ਕੇ ਇਹ ਦੋਨੇ ਸਰਕਾਰਾਂ ਜਿਹੜੀਆਂ ਨੇਗੀਆਂ ਪੰਜਾਬ ਦੇ ਪਾਣੀ ਨੂੰ ਖੋਹਣ ਦੇ ਲਈ ਇਸ ਤਰ੍ਹਾਂ ਯਤਨ ਕਰ ਰਹੀਆਂ ਨੇ, ਪਰ ਲੇਕਿਨ ਪੰਜਾਬ ਨੂੰ ਹਰਗਜ਼ ਮਨਜ਼ੂਰ ਨਹੀਂ ਹੈਗਾ। ਜਿਹੜੀ ਵੀ ਲੜਾਈ ਲੜਨੀ ਪਈ ਲੜਾਂਗੇ, पर लेकिन ਅਸੀਂ सीआईएसएफ ਨੂੰ ਜਿਹੜਾ ਉੱਥੇ डिप्लॉय नहीं होने देंगे। मैं तो कह रहा हूं कि पंजाब का बीबीएम का पैसा सीएसएफ को दिया जा रहा है। पंजाब पुलिस को कितना पैसा दिया इन्होंने? आज तक सुरक्षा पंजाब पुलिस करती रही है, और आज ऐसी क्या बात होगी कि बीबीएम भाखड़ा ब्यास मैनेजमेंट बोर्ड ने लिखा है कि हम पैसे भी देंगे, यहाँ पर सीएसएफ लगाओ। ये केंद्र पे कहने इशारों पर हो रहा है। ये पंजाब के लोगों को जाग जाना चाहिए, पंजाब के लॉ मेकर्स को, पंजाब के पॉलिटिशियंस को। पंजाब की इस तरह जो उनके ऊपर नजायज खर्चे डाले जाते हैं, तो उसके लिए अब अपनी आवाज़ बुलंद करनी चाहिए। आवाज़ बुलंद हुई तो ये आज सेंट्रल गवर्नमेंट को ये पैसे इशू करने पड़े। ਹੁਣ ਤੁਹਾਨੂੰ ਸੀਆਈਐਸਐਫ ਦਾ ਪੂਰਾ ਵਿਵਾਦ ਦੱਸਦੇ ਹਾਂ। ਮਈ 2025 ਦੇ ਵਿੱਚ ਗ੍ਰਹਿ ਮੰਤਰਾਲੇ ਨੇ 296 ਸੀਆਈਐਸਐਫ ਪਰਸੋਨਲ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਇਸ ਦੇ ਲਈ ਕਰੀਬ 8 ਕਰੋੜ ਰੁਪਏ ਸਾਲਾਨਾ ਦਾ ਖਰਚਾ ਪੈਣਾ ਸੀ। ਭਾਖੜਾ ਨੰਗਲ ਡੈਮ ਦੀ ਸੁਰੱਖਿਆ ਦੇ ਲਈ ਇਹਨਾਂ ਦੀ ਤੈਨਾਤੀ ਹੋਣੀ ਸੀ। ਪੰਜਾਬ ਸਰਕਾਰ ਨੇ ਸੀਆਈਐਸਐਫ ਦੀ ਨਿਯੁਕਤੀ ਦਾ ਵਿਰੋਧ ਕੀਤਾ ਅਤੇ ਨੰਗਲ ਡੈਮ ਤੇ ਧਰਨਾ ਦਿੱਤਾ। ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੇ ਵਿੱਚ ਸੀਆਈਐਸਐਫ ਦੀ ਨਿਯੁਕਤੀ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਇਸ ਵਿਰੋਧ ਦੇ ਵਿਚਾਲੇ ਬੀਬੀਐਮਬੀ ਨੇ ਸੀਆਈਐਸਐਫ ਦੀ ਨਿਯੁਕਤੀ ਦੇ ਲਈ ਕਰੋੜਾਂ ਰੁਪਏ ਜਮ੍ਹਾਂ ਕਰਵਾ ਦਿੱਤੇ ਨੇ, ਜਦਕਿ ਪੰਜਾਬ ਸੀਆਈਐਸਐਫ ਦੀ ਤੈਨਾਤੀ ਦੇ ਖਰਚੇ ਦੀ ਅਦਾਇਗੀ ਤੋਂ ਇਨਕਾਰ ਕਰ ਚੁੱਕਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਬੀਬੀਐਮਬੀ ਦਾ ਵਿਵਾਦ ਅੱਗੇ ਜਾ ਕੇ ਕੀ ਰੁਖ ਅਖਤਿਆਰ ਕਰਦਾ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਦਿੱਲੀ ਤੋਂ ਰਵੀ ਮਿਸ਼ਰਾ, ਨਿਊਜ਼ 18। ਲੋਕ ਸਭਾ 'ਚ ਪੰਜਾਬ ਦੇ ਐਮਪੀਜ਼ ਨੇ ਵੱਖ-ਵੱਖ ਮੁੱਦੇ ਚੁੱਕੇ। ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉੱਠਿਆ। ਗੱਲ ਲੈਂਡ ਪੁਲਿੰਗ ਸਕੀਮ ਦੀ ਵੀ ਹੋਈ ਤੇ ਮਹਿੰਗੀਆਂ ਦਵਾਈਆਂ ਦੇ ਰੇਟ ਕੰਟਰੋਲ ਕਰਨ ਦੀ ਮੰਗ ਉੱਠੀ। मेरा आग्रह, एक छोटा सा आग्रह भारत सरकार से कि जो न्यू दिल्ली रेलवे स्टेशन है, जो चांदनी चौक से बिल्कुल लगा हुआ है, उस न्यू दिल्ली रेलवे स्टेशन का नाम 350 साल गुरु तेग बहादुर की शहादत के अवसर पर उनके नामकरण किया जाना चाहिए, कि सारे देश में जो लोग सफर करते हैं गुरु साहब की शहादत के इतिहास को वो जाने और उनसे प्रेरणा ले। आतंकवादी सोच के लोग, जिनका कोई धर्म कोई वर्ग नहीं होता, वो लगातार 14 जुलाई से वहां धमकी भरे ईमेल भेज रहे हैं। श्रोमणी गुरुद्वारा प्रबंधक कमेटी भी चिंतित है, सारे लोग चिंतित है, लेकिन अभी तक एक भी आदमी ढूंढा नहीं गया। 550 साल गुरु नानक देव जी के अवतार दिहाड़े में आपने हमारे बंदी सिखों की रिहाई के लिए नोटिफिकेशन निकाला था, जो आज तक 2019 से पूरा नहीं हुआ है। क्या वो वादा भी सिखों के गुरुओं के प्रति पूरा करेंगे? धन्यवाद। पंजाब के अंदर लैंड पूलिंग की पॉलिसी के तहत 50,000 एकड़ को किसानों से छीना जा रहा है। भूमि अधिग्रहण कानून डॉक्टर मनमोहन सिंह जी लेकर आए थे। उस कानून के तहत मैं चाहूंगा कि केंद्र की सरकार इंटरफेरेंस करे और किसान की जमीन छीने ना। 2013 के एक्ट के अंदर कुछ इसेंशियल मेडिसिन है जिनका रेट कंट्रोल किया जा रहा है, लेकिन जो भारत में सबसे ज़्यादा मेडिसिन यूज़ होती है वो बीपी की, डायबिटीज़ की, उन पे कोई कंट्रोल नहीं है। सो मेरा सरकार से आग्रह है उसकी कोई रेट की कैपिंग की जाए ताकि लूट जो देश के लोगों की हो रही है वो बंद हो सके। मुस्लिम ईदगाह
09 से मुसलमानों के कब्जे में है, उनको ये दान की गई थी, लेकिन अब उसका एक नोटिस जारी करके 10 दिन का नोटिस दिया गया है कि इसको खाली करें। इससे मुस्लिम कम्युनिटी में पूरी रिजेंटमेंट है, मिनोरिटी पे ये हमला है, इसलिए मेरी सरकार से निवेदन है कि इसको उनको वापस दिया जाए। लैंड पूलिंग पॉलिसी ते हाई कोर्ट दे वल्लों पंजाब सरकार नूं नोटिस जारी किया गया। लुधियाना दे व्यक्ति दे वल्लों पिटीशन पा के 4 जुलाई दी नोटिफिकेशन रद्द करन दी मांग भी की गई है। तां उधर लैंड पूलिंग स्कीम के खिलाफ किसान जथेबंदियां दे वल्लों पंजाब भर ट्रैक्टर मार्च कढ़िया गया। ਤੇ ਲੈਂਡ ਪੁਲਿੰਗ ਨੂੰ ਲੈ ਕੇ ਜੋ ਕਿਸਾਨ ਨੇ ਉਹ ਸੜਕਾਂ ਤੇ ਉਤਰੇ ਨੇ। ਦੱਸ ਕੇ ਲੈਂਡ ਪੁਲਿੰਗ ਪਾਲਿਸੀ ਤੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ 2 ਵੱਖ-ਵੱਖ ਪਟੀਸ਼ਨਾਂ ਹਾਈ ਕੋਰਟ 'ਚ ਦਾਖਲ ਕੀਤੀਆਂ ਗਈਆਂ ਨੇ। ਲੁਧਿਆਣਾ ਦੇ ਵਿਅਕਤੀ ਦੇ ਵੱਲੋਂ ਪਟੀਸ਼ਨ ਪਾ ਕੇ 4 ਜੁਲਾਈ ਦੀ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਉਧਰ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਵੱਖ-ਵੱਖ ਥਾਵਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ, ਸਮਰਾਲਾ, ਅੰਮ੍ਰਿਤਸਰ, ਬਰਨਾਲਾ, ਕਪੂਰਥਲਾ, ਬਠਿੰਡਾ, ਜਿੱਥੇ ਕਿ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਲੈਂਡ ਪੁਲਿੰਗ ਸਕੀਮ ਦੇ ਖਿਲਾਫ। ਆਲਰੇਡੀ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਉਹ ਅਮੈਂਡ ਕੀਤੀ ਹੈਗੀ, ਸੋ ਹਰ ਇੱਕ ਵਿਅਕਤੀ ਦਾ ਰਾਈਟ ਆਪਣਾ ਪ੍ਰੋਟੈਸਟ ਕਰਨਾਗਾ, ਪਰ ਲੇਕਿਨ ਅਸੀਂ ਬਿਲਕੁਲ ਫਾਰਮਰ ਦੇ ਹਿੱਤਾਂ ਨੂੰ ਧਿਆਨ ਰੱਖ ਕੇ ਉਹ ਪਾਲਿਸੀ ਜਿਹੜੀ ਆ ਬਣਾਈ ਹੈ। ਮੋਹਾਲੀ ਨੂੰ 45 ਸਾਲ ਹੋ ਗਏ ਸਰਕਾਰ ਨੂੰ ਡਿਵੈਲਪ ਕਰਦਿਆਂ, ਹਾਲੇ ਅੱਧੀ ਮੋਹਾਲੀ ਡਿਵੈਲਪ ਨਹੀਂ ਹੋਈ। ਇੱਥੇ ਵੀ ਬਹੁਤ ਸਾਰੇ ਜਿਹੜੇ ਫਲੈਟਸ ਨੇ ਖਾਲੀ ਨੇ। ਅਸੀਂ ਪੁੱਛਣਾ ਚਾਹੁੰਦੇ ਹਾਂ, ਇੱਕ ਚਰਚਾ ਨਵੀਂ ਚੱਲੀ ਹੈ, ਉਹ ਇਹ ਪਈ ਕਿਤੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਵਾਸਤੇ ਇਹ ਕੋਈ ਸਾਜ਼ਿਸ਼ ਤਾਂ ਨਹੀਂ? ਜਿਹੜੇ ਇੱਥੇ ਹੁਣ ਇੱਥੇ ਦੇ ਵਾਸਤੇ ਲੋਕਾਂ ਵਾਸਤੇ ਮਕਾਨਾਂ ਦੀ ਕੋਈ ਲੋੜ ਨਹੀਂ, ਨਾ ਇਦਾਂ ਦੀ ਕੋਈ ਸਟੱਡੀ ਕਰਾਈ, ਨਾ ਇਹਨਾਂ ਕੋਲ ਕੋਈ ਡਿਮਾਂਡ ਆਈ, ਤੇ ਫਿਰ ਕਿਉਂ ਇਹੋ ਜਿਹੀ ਪਾਲਿਸੀ ਲੈ ਕੇ ਆਏ? ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਗਲਾਤ ਵਿਭਾਗ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਤੇ ਇਸ ਦੌਰਾਨ ਹਰਭਜਨ ਸਿੰਘ ਨਾਂ ਦੇ ਸ਼ਖਸ ਨੂੰ ਰਿਟਾਇਰਮੈਂਟ ਦੇ ਆਖਰੀ ਸਾਲ 'ਚ ਪੱਕਾ ਕੀਤਾ ਗਿਆ। ਉਹਨਾਂ ਦੀ ਪੂਰੀ ਜ਼ਿੰਦਗੀ ਸੰਘਰਸ਼ ਹੀ ਨਿਕਲੀ। ਹਰਭਜਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ 2005 'ਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ, ਪਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਹਰਭਜਨ ਰਾਮ ਜੀ ਪੱਕੇ ਹੋ ਗਏ ਹੋ, ਕਦੋਂ ਮਹਿਕਮੇ 'ਚ ਭਰਤੀ ਹੋਏ ਸੀ, ਕਦੋਂ ਲੱਗੇ ਸੀ, ਕਿਵੇਂ ਲੰਘ ਗਿਆ ਦੌਰ? 2005 ਦੇ ਵਿੱਚ ਲੱਗੀ। 2005 ਭਰਤੀ ਹੋਈ, ਲਗਾਤਾਰ ਹੀ ਚੱਲਦੇ ਆਏ ਜੀ, ਕੋਈ ਗੱਲ ਨਹੀਂ ਬਣੀ। ਹੁਣ ਤਾਂ ਗੱਲ ਨਿਬੜ ਚਲੀ, ਬਸ ਸਾਲ ਹੀ ਰਹਿ ਗਿਆ, ਕਹਿੰਦੇ ਸਾਲ ਹੀ ਰਹਿ ਗਿਆ। ਚਲੋ ਵਧੀਆ, ਇਹਨਾਂ ਦਾ ਕਹਾਂਗੇ ਵੀ ਮਹਿਕਮੇ 'ਚੋਂ ਪੱਕੇ ਹੋ ਕੇ ਗਏ ਆ, ਇਹੀ ਆ। ਅੱਛਾ, ਇਹ ਸੰਘਰਸ਼ ਕਿੱਦਾਂ ਦਾ ਰਿਹਾ? ਕਿੰਨਾ ਕੁ ਸੰਘਰਸ਼ ਕਰਨਾ ਪਿਆ ਪੱਕੇ ਕਰਨ ਦੇ? ਕਿੰਨੇ ਕਰੀ ਵਾਅਦੇ ਕੀਤੇ ਗਏ ਤੁਹਾਡੇ ਨਾਲ ਸਰਵਿਸ ਦੌਰਾਨ? ਪਹਿਲਾਂ ਤਾਂ ਜਿਹੜੀ ਇਹ ਤੋਂ ਪਹਿਲਾਂ ਸੀ ਗਵਰਨਮੈਂਟ, ਉਹਨੇ ਵਾਅਦੇ ਬਹੁਤ ਕੀਤੇ, ਪੱਕਾ ਨਹੀਂ ਕੀਤਾ ਹੁਣ ਕਿਸੇ ਨੂੰ ਵੀ। ਇਹਨਾਂ ਨੇ ਵੀ ਹੁਣ 3 ਸਾਲ ਬਾਅਦ ਕੀਤਾ। ਅੱਛਾ, ਤੁਹਾਡੇ ਨਾਲ ਮੀਟਿੰਗਾਂ ਹੁੰਦੀਆਂ ਸੀ ਵੀ ਪੱਕੇ ਕਰ ਦੇਣਾ? ਹਾਂਜੀ ਹਾਂਜੀ। ਹੁਣ ਤੱਕ ਤਨਖਾਹ ਕਿੰਨੀ ਮਿਲਦੀ ਸੀ? ਹੁਣ ਇਸ ਵੇਲੇ 1366 ਰੁਪਏ ਮਿਲਦੇ ਜੀ। 13,000? 13,066 ਰੁਪਏ। ਹੁਣ ਪੱਕੇ ਹੋ ਕੇ ਵੱਜੂਗੀ? ਵੱਜੂਗੀ। ਪਰ 1 ਸਾਲ। ਅੱਛਾ, ਪੈਨਸ਼ਨ ਤਾਂ ਹੈ ਤੁਹਾਡੇ ਮਹਿਕਮੇ 'ਚ ਕਿ ਪੈਨਸ਼ਨ ਵਾਲਾ ਵੀ ਹੈ ਨਹੀਂ? ਪੈਨਸ਼ਨ ਹੈ ਨਹੀਂ। 4 ਤੋਂ ਬਾਅਦ ਹੈ ਹੀ ਨਹੀਂ ਪੈਨਸ਼ਨ। ਕੋਈ ਉਮੀਦ ਸੀ ਕਿ ਆਖਰੀ ਸਾਲ ਦੇ ਵਿੱਚ? ਉਮੀਦ ਵਾਲੇ ਲੱਗੇ ਹੋ ਸੀਗੇ ਜੀ, ਪਰ ਜ਼ਿੰਦਗੀ ਉਮੀਦਾਂ ਨਾਲ ਹੀ ਲੰਘ ਗਈ। ਲੰਘ ਗਈ, ਹੁਣ ਕੀ ਹੈ, ਹੁਣ ਤਾਂ ਲੰਘੇਗੀ ਜੀ। ਅੱਜ ਮਨ 'ਚ ਕੀ ਚੱਲਦਾ ਜਦੋਂ ਇਹ ਫੈਸਲਾ ਹੋਇਆ, ਭਾਵੁਕ ਹੋਏ? ਪਰਿਵਾਰ ਦਾ ਕੀ ਰਿਐਕਸ਼ਨ ਸੀ? ਪਰਿਵਾਰ ਦਾ ਵਧੀਆ ਜੀ, ਇੰਨਾ ਵੀ ਪੱਕੇ ਹੋ ਕੇ ਨਿਕਲਾਂਗੇ ਮਹਿਕਮੇ 'ਚੋਂ। ਪੂਰੀ ਜ਼ਿੰਦਗੀ ਸੰਘਰਸ਼ ਚ ਲੰਘੀ, ਕੱਚੇ 13,000 ਰੁਪਏ ਤੇ ਸਾਰੀ ਉਮਰ ਕੱਢਤੀ ਕਿ ਚਲੋ ਪੱਕੇ ਹੋਵਾਂਗੇ ਇੱਕ ਦਿਨ, ਪਰ ਹੁਣ ਆਖਰੀ ਸਾਲ 'ਚ ਜਾ ਕੇ ਪੱਕੇ ਹੋਣ ਦਾ ਸਮਾਂ ਆਇਆ। ਖੈਰ, ਇੱਕ ਹੋਰ ਬਾਈ ਜੀ ਸਾਡੇ ਨਾਲ ਨੇ। ਬਾਈ ਜੀ, ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ? ਕਿੱਦਾਂ ਦਾ ਰਿਹਾ ਸੰਘਰਸ਼?
ਮੈਂ ਤਾਂ ਬਹੁਤ ਚਿਰ ਦਾ ਤੋਂ ਪਹਿਲਾਂ ਜੀ। ਅੱਛਾ। ਹਾਂਜੀ ਤਾਂ ਦਾੜੀ ਵੀ ਨਹੀਂ ਸੀ ਆਈ ਜਾਂਦੇ ਮਹਿਕਮੇ 'ਚ ਬੜੇ ਅੱਜ ਜਾ ਕੇ 3 ਵਾਰ ਕੇਸ ਕੀਤਾ ਮੈਂ ਇਹ 2 ਵਾਰ ਪਹਿਲਾਂ ਜਿੱਥੇ ਫਿਰ ਕੇਸ ਕੀਤਾ ਤੇ ਉਹ ਕੰਢੀ ਟੁੱਟ ਗਈ ਉਹਦੇ ਬਾਅਦ 'ਚ ਅਸੀਂ ਪਲੇਨ 'ਚ ਆ ਗਏ ਪਲੇਨ 'ਚ ਫਿਰ 10 ਸਾਲ ਲੱਗ ਗਏ ਫਿਰ ਅਸੀਂ ਕੇਸ ਕੀਤਾ ਉਹ ਕੇਸ ਜਿੱਤ ਗਏ ਕੇਸ ਜਿੱਤਣ ਤੋਂ ਬਾਅਦ ਫਿਰ ਇਹ ਆਰਡਰ ਕੁਛ ਨਹੀਂ ਦਿੱਤਾ ਕੁਛ ਨਹੀਂ ਕਿਹਾ ਫਿਰ ਅਸੀਂ ਆਰਡਰ ਲੈਣ ਦਾ ਕੇਸ ਕੀਤਾ ਆਰਡਰ ਦਿਓ ਤੇ ਉਹਦੇ ਬਾਅਦ 'ਚ ਹੁਣ ਆ ਕੇ ਸਾਨੂੰ ਆਰਡਰ ਮਿਲਿਆ ਉਮੀਦ ਸੀ ਕਿ ਬਾਅਦ ਪੱਕੇ ਹੋਵਾਂਗੇ ਉਮੀਦ ਸੀ ਜੀ ਉਮੀਦ ਨਾਲ